ਸੋ ਉਹਨਾਂ ਚਿਰ ਜਿਹੜਾ ਸਮਾਂ ਭਵ ਸਾਗਰ ਦੇ ਅੰਦਰ ਮਨੁੱਖੀ ਤਨ ਚ ਮਿਲਿਆ, ਇਹ ਬਤੀਤ ਹੋ ਜਾਵੇਗਾ। ਸੋ ਗੁਰਬਾਣੀ ਦੇ ਅੰਦਰ ਸਤਨਾਮ ਸ਼ਬਦ ਕਈ ਵਾਰੀ ਆਇਆ, ਜਿਵੇਂ ਅੰਗ 1083 ਦੇ ਉੱਪਰ ਵੀ ਆਉਂਦਾ ਹੈ, ਸਤਨਾਮ ਤੇਰਾ ਪਰਾ ਪੂਰਵਲ, ਕਿਰਤਮ ਨਾਮ ਕਥਾ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਵਲ। ਕਿ ਜਿਹੜੇ ਕਿਰਤਮ ਨਾਮ ਨੇ, ਜਦੋਂ ਜੀਵ ਮਾਇਆ ਚਾਹੁੰਦਾ, ਇਹਨੂੰ ਕਿਰਤ ਕਰਕੇ ਆਉਣਾ ਪੈਂਦਾ ਹੈ। ਕਿਰਤ ਕਰਕੇ ਹੀ ਸਾਨੂੰ ਸੱਚਖੰਡ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਸੱਚਖੰਡ ਦੀ ਦ੍ਰਿਸ਼ਟੀ ਤੋਂ ਕਿਰਤ ਕੀ ਹੈ? ਸਾਡੀ ਸੋਚ। ਜਦੋਂ ਸੱਚਖੰਡ ਦੇ ਅੰਦਰ ਹੀ ਅਸੀਂ ਵੀ ਸੀਗੇ, ਸਾਡੀ ਜੋਤੀ ਵੀ ਉੱਥੀ ਸੀ। ਜਦੋਂ ਸੁੰਨ ਤੋਂ ਸਹਿਜ ਹੋਏ, ਉਦੋਂ ਮਤਭੇਦ ਹੋਇਆ। ਜਿਹੜੀ ਜਿਹੜੀ ਜੋਤੀ ਦਾ ਧਿਆਨ ਮਾਇਆ ਚ ਆਇਆ, ਉਹੀ ਜੋਤੀਆਂ ਭਵ ਸਾਗਰ ਵਿੱਚ ਨੇ, ਤੇ ਜਿਹੜੀਆਂ ਜੋਤਾਂ ਨੇ ਆਪਣਾ ਧਿਆਨ ਮਾਇਆ ਚ ਨਹੀਂ ਲਿਆਂਦਾ, ਉਹ ਸੁਖ ਸਾਗਰ ਵਿੱਚ ਨੇ, ਉਹ ਸੱਚਖੰਡ ਚ ਹੀ ਰਹਿ ਗਏ। ਹੁਣ ਸਵਾਲ ਪੈਦਾ ਹੁੰਦਾ, ਫਿਰ ਮਾਇਆ ਕਿੱਥੇ ਸੀ? ਕਿਉਂਕਿ ਜੇ ਤਾਂ ਪਹਿਲਾਂ ਮਾਇਆ ਹੁੰਦੀ ਤਾਂ ਹੀ ਦੇਖ ਕੇ ਡੋਲਦਾ ਨਾ ਮਨ। ਅਸਲ ਵਿੱਚ ਮਾਇਆ ਅੰਦਰ ਹੀ ਹੈ, ਹਰ ਇੱਕ ਜੋਤੀ ਦੇ ਅੰਦਰ ਹੀ ਮਾਇਆ। ਮਾਇਆ ਬ੍ਰਹਮ ਰਵੈ ਸਦ ਸੰਗ। ਇਸੇ ਕਰਕੇ ਹਰ ਇੱਕ ਜੋਤੀ ਹੈ ਜਿਹੜੀ, ਉਹ ਇੰਡੀਪੈਂਡੈਂਟ ਹੈ, ਡਿਪੈਂਡੈਂਟ ਨਹੀਂ ਹੈ। ਜੇ ਅਸੀਂ ਕਿਸੇ ਤੇ ਡਿਪੈਂਡੈਂਟ ਹੁੰਦੇ ਤਾਂ ਸਾਨੂੰ ਪਰਮੇਸ਼ਰ ਇੱਥੋਂ ਲੈ ਜਾਂਦਾ। ਅਸੀਂ ਪਰਮੇਸ਼ਰ ਦੇ ਵੀ ਡਿਪੈਂਡੈਂਟ ਨਹੀਂ ਹਾਂ। ਹਰ ਇੱਕ ਜੋਤ ਆਪਣੇ ਆਪ ਦੇ ਵਿੱਚ। ਇੱਥੇ ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਉਪਦੇਸ਼ ਦੇਈ ਚੱਲੋ, ਅਗਲੇ ਦਾ ਮਨ ਨਾ ਮੰਨੇ। ਹੇ ਮੇਰੇ ਮਨਾ, ਗੁਰਬਾਣੀ ਤੋਂ ਇੰਨੀ ਪੜ੍ਹਦਾ, ਇੰਨੀ ਗੁਰਬਾਣੀ ਤੋਂ ਸੋਝੀ ਪ੍ਰਾਪਤ ਕੀਤੀ ਹੈ। ਇਹ ਤਾਂ ਹੁਣ ਤੇਰੇ ਤੇ ਗੱਲ ਖੜੀ ਹੈ, ਕਿਤੇ ਮੰਨਣੀ ਹੈ ਜਾਂ ਨਹੀਂ ਮੰਨਣੀ ਗੱਲ। ਪਰ ਗੁਰਬਾਣੀ ਤੈਨੂੰ ਧੱਕੇ ਨਾਲ ਨਹੀਂ ਮਨਾ ਸਕਦੀ। ਕੋਈ ਸਤਪੁਰਖ ਵੀ ਤੈਨੂੰ ਧੱਕੇ ਨਾਲ ਨਹੀਂ ਮਨਾ ਸਕਦਾ, ਸਤਿਗੁਰ ਵੀ ਧੱਕੇ ਨਾਲ ਨਹੀਂ ਮਨਾ ਸਕਦਾ। ਔਰ ਨਾ ਅੱਜ ਤੱਕ ਇਹ ਹੋਇਆ, ਨਾ ਹੋਵੇਗਾ। ਗੁਰੂ ਨਾਨਕ ਸਾਹਿਬ ਸੀਗੇ, ਉਹਨਾਂ ਦੇ ਸਵੈਂ ਮੁੰਡਾ ਜਿਹੜਾ ਸੰਸਾਰੀ ਤੌਰ ਤੇ ਸੀ, ਸ੍ਰੀ ਚੰਦ, ਉਹਨੇ ਨਹੀਂ ਗੱਲ ਮੰਨੀ। ਸੁਣਦਾ ਤਾਂ ਸੀ। ਦਾਤੂ ਦਾਸੂ ਨੇ ਨਹੀਂ ਮੰਨੀ, ਦੂਸਰੇ ਪਾਤਸ਼ਾਹ ਦੀ। ਉਹਨਾਂ ਨੂੰ ਵੀ ਪਤਾ ਸੀ ਵੀ ਗੁਰਬਾਣੀ ਕੀ ਹੈ। ਦੂਜੇ ਪਾਤਸ਼ਾਹ ਉਹਨਾਂ ਨੂੰ ਵੀ ਤਾਂ ਸੋਝੀ ਬਖਸ਼ਦੇ ਹੀ ਸੀ। ਸੋ ਕਿਸੇ ਦਾ ਇਹਦੇ ਵਿੱਚ ਕੋਈ ਪਰਮਾਰਥ ਦੇ ਵਿੱਚ ਇੰਟਰਫੇਅਰ ਨਹੀਂ ਹੈ। ਪਰਮਾਰਥ ਤੌਰ ਤੇ ਜੀਵ ਹੈ ਜਿਹੜਾ, ਉਹ ਇੰਡੀਪੈਂਡੈਂਟ, ਉਹਦੀ ਆਪਣੀ ਮਰਜ਼ੀ ਹੈ। ਤਾਂ ਹੀ ਕਬੀਰ ਸਾਹਿਬ ਵੀ ਕਹਿੰਦੇ ਆ, ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ। ਕਹਿੰਦੇ ਮੇਰਾ ਮਨ ਮੰਨਿਆ ਤਾਂ ਮੈਂ ਹਰ ਨੂੰ ਜਾਣਿਆ। ਜਿੰਨਾ ਚਿਰ ਖੁਦ ਦਾ ਹੀ ਨਹੀਂ ਮਨ ਮੰਨਦਾ, ਕਿਵੇਂ ਜਾਣੂਗਾ? ਕਿਉਂਕਿ ਮਨ ਆਪ ਹੀ ਤਾਂ ਸੁੰਦਰ ਸਰੂਪ ਹੈ। ਇਹਨੂੰ ਆਪਣੇ ਆਪ ਨੂੰ ਜਾਣਨ ਦੇ ਲਈ ਮੁਸ਼ਕਲ ਹੈ। ਅਸੀਂ ਦੂਜੇ ਨੂੰ ਜਾਣਨਾ ਤਾਂ ਚਾਹੁੰਦੇ ਹਾਂ ਜ਼ਰੂਰ, ਪਰ ਸਵੈਮ ਆਪਣੇ ਆਪ ਨੂੰ ਜਾਣਨ ਲਈ ਸਾਨੂੰ ਭੈ ਲੱਗਦੀ ਹੈ। ਇਸੇ ਕਰਕੇ ਜਾਣਦਾ ਨਹੀਂ ਮਨ। ਸੋ ਪਰਮਾਰਥ ਦੇ ਅੰਦਰ ਕਿਸੇ ਦਾ ਕੋਈ ਰੋਲ ਨਹੀਂ ਹੈ। ਵਿੱਚ ਨਾ ਕੋਈ ਕਰ ਸਕਿਆ ਕਿਸ ਥੈ ਰੋਵੇ ਰੋਜ਼। ਹਾਂ, ਕੋਈ ਸਤਿਪੁਰਖ ਹੋਵੇ ਜਿਹਨੇ ਜਾਣਿਆ ਹੋਵੇ ਸਭ ਕੁਝ ਸਤਿਗੁਰ ਨੂੰ, ਉਹ ਇਹ ਗੱਲ ਜ਼ਰੂਰ ਕਹਿ ਸਕਦਾ ਵੀ ਭਾਈ ਆਹ ਚੀਜ਼ ਹੈ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ। ਗੁਰਬਾਣੀ ਹੈ ਮੇਰੇ ਮਨਾ ਤੈਨੂੰ ਸੋਝੀ ਬਖਸ਼ਦੀ ਹੈ ਕਿ ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ ਹੈ। ਜੋ ਗੁਰ ਦੱਸੈ ਬਾਟ, ਮੁਰੀਦਾਂ ਜੋਲੀ ਹੈ। ਹੁਣ ਦੱਸ ਇਹਦੇ ਵਿੱਚ ਕਿੰਨਾ ਔਖ ਹੈ। ਕੋਈ ਜਪ ਤਪ ਕਰਨ ਦੀ ਲੋੜ ਨਹੀਂ, ਕੋਈ ਗੁਰਬਾਣੀ ਚੇਤੇ ਕਰਨ ਦੀ ਲੋੜ ਨਹੀਂ, ਕੋਈ ਗਿਆਨ ਦੀ ਲੋੜ ਨਹੀਂ, ਸਿਰਫ ਸੱਚ ਬੋਲਣਾ। ਪਰ ਹੇ ਮੇਰੇ ਮਨਾ ਦੱਸ, ਤੂੰ ਸੱਚ ਬੋਲਦਾ? ਗੁਰਬਾਣੀ ਤਾਂ ਕਹਿੰਦੀ ਬੋਲੀ ਹੈ ਸੱਚ ਧਰਮ, ਇਹੀ ਧਰਮ ਹੈ। ਪਰ ਤੂੰ ਕਿੱਡੀ ਚਲਾਕੀ ਕਰ ਗਿਆ, ਤੂੰ ਧਰਮ ਹੀ ਕੋਈ ਹੋਰ ਬਣਾ ਲਿਆ। ਤੂੰ ਤਾਂ ਧਰਮ ਹੀ ਸਿੱਖ ਧਰਮ ਬਣਾ ਲਿਆ, ਹਿੰਦੂ ਧਰਮ ਬਣਾ ਲਿਆ, ਇਸਲਾਮ ਧਰਮ ਬਣਾ ਲਿਆ, ਈਸਾਈ ਧਰਮ ਬਣਾ ਲਿਆ। ਔਰ ਸਾਡੇ ਅੱਜ ਜਿੰਨੇ ਵੀ ਧਰਮ ਦੇ ਵੱਡੇ ਵੱਡੇ ਪੈਰੋਕਾਰ ਨੇ, ਉਹ ਵੀ ਇਹੀ ਗੱਲ ਆਖਦੇ ਹਨ ਵੀ ਸਿੱਖ ਧਰਮ, ਸਿੱਖਾਂ ਦੇ ਗੁਰੂ। ਪਰ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੂੰ ਪਰਮਾਰਥ ਬਾਰੇ ਸੋਚੀ ਨਹੀਂ ਹੈ। ਕਿਉਂਕਿ ਜਿਹਨੂੰ ਪਰਮਾਰਥ ਦੀ ਸੋਚੀ ਹੈ, ਉਹ ਸੱਚਖੰਡ ਤੋਂ ਬਾਹਰ ਨਹੀਂ ਜਾ ਸਕਦਾ, ਉਹ ਗੁਰਬਾਣੀ ਚੋਂ ਬਾਹਰ ਨਹੀਂ ਜਾ ਸਕਦਾ,
ਉਹ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਉਹ ਐਸਾ ਬੋਲ ਨਹੀਂ ਬੋਲ ਸਕਦਾ ਜਿਹਦੇ ਨਾਲ ਸੱਚਖੰਡ ਵੱਲੋਂ ਉਹਦੀ ਸਾਂਝ ਟੁੱਟ ਜਾਵੇ, ਕਿਉਂਕਿ ਗੁਰਬਾਣੀ 'ਚ ਫੈਸਲਾ ਪਿਆ, ਟੂਟ ਪ੍ਰੀਤ ਗਈ ਬੁਰ ਬੋਲ। ਸੱਚਖੰਡ 'ਚੋਂ ਪ੍ਰੀਤੀ ਹੋਈ ਤਾਂ ਹੀ ਟੁੱਟੀ ਸੀ ਕਿਉਂਕਿ ਉੱਥੇ ਬੁਰ ਬੋਲਿਆ, ਉਹਨਾਂ ਤੋਂ ਉਲਟ ਸ਼ਬਦ ਬੋਲਿਆ, ਉਹਨਾਂ ਨੇ ਬਾਹਰ ਕੱਢਤਾ। ਉਹ ਇੱਥੇ ਆ ਕੇ ਕਿਵੇਂ ਬੋਲੂ? ਤਾਂ ਪਾਤਸ਼ਾਹ ਨੇ ਕਿਹਾ ਸੀ ਬੋਲੀਏ ਸੱਚ, ਉਹੀ ਧਰਮ ਹੈ ਕਿ ਜੋ ਸੱਚਖੰਡ ਵੱਲੋਂ ਆਰਡਰ ਆ ਰਿਹਾ ਉਹੀ ਕੁਛ ਬੋਲਿਓ, ਦੂਜੀ ਚੀਜ਼ ਨਾ ਬੋਲਿਓ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਖੁਦ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਕਿ ਹੇ ਮੇਰੇ ਮਨ, ਉੱਥੇ ਲਾਲੋ ਗੁਰੂ ਨਾਨਕ ਸਾਹਿਬ ਦੀ ਜੀਵ ਦਾ ਨਾਂ ਹੈ, ਨਾ ਕਿ ਭਾਈ ਲਾਲੋ ਜੀ ਦਾ ਨਾਂ ਹੈ। ਬੇਲਾਲੋ ਹੈ, ਸੰਬੋਧਨ ਸ਼ਬਦ ਹੈ, ਮਨ ਨੂੰ ਸੰਬੋਧਨ ਕੀਤਾ ਕਿ ਮਨਾ ਹੁਣ ਉਹੀ ਕੁਛ ਬੋਲਣਾ ਜੋ ਪਿੱਛੋਂ ਆਰਡਰ ਆ ਰਿਹਾ। ਆਪਣੇ ਵੱਲੋਂ ਕੋਈ ਸ਼ਬਦ ਨਹੀਂ ਬੋਲਣਾ ਹੈਗਾ, ਕਿਉਂਕਿ ਖਸਮ ਦਾ ਬੋਲ ਹੈ, ਤੇਰਾ ਆਪਣਾ ਤਾਂ ਬੋਲ ਹੈ ਨਹੀਂ। ਔਰ ਜੋ ਬੋਲਿਆ ਜਾਣਾ ਉਹਦੇ ਵਿੱਚ ਗਿਆਨ ਹੈ, ਤਾਂ ਸਤਨਾਮ ਹੈ। ਕਿ ਜੋਤ ਹੈ ਜਿਹੜੀ ਹਰ ਇੱਕ ਦੇ ਹਿਰਦੇ ਦੇ ਅੰਦਰ ਉਹ ਸੱਤ ਹੈ, ਉਹਨੂੰ ਉਹਦਾ ਗਿਆਨ ਹੀ ਕਰਾਉਣਾ ਬਸ, ਕਿ ਤੂੰ ਤਾਂ ਸੱਤ ਸਰੂਪ ਹੈ। ਹੁਕਮ ਨੇ ਗਿਆਨ ਰੂਪ ਦੇ ਵਿੱਚ ਜੋਤ ਬਾਰੇ ਹੀ ਦੱਸਿਆ, ਤਾਂ ਹੀ ਤਾਂ ਪਾਤਸ਼ਾਹ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਗਿਆਨ ਦੀ ਤੈਨੂੰ ਸਿੱਖਿਆ ਤਾਂ ਦਿੰਦੇ ਆ, ਹੋਰ ਦੱਸ ਅਸੀਂ ਤੈਨੂੰ ਕੀ ਦੇਈਏ। ਪਰ ਜੇ ਤੂੰ ਨਹੀਂ ਲੈਣਾ ਤਾਂ ਹੁਣ ਤੇਰੀ ਮਰਜ਼ੀ ਹੈ, ਇਹ ਜੇ ਸਾਡਾ ਕੋਈ ਦੋਸ਼ ਨਹੀਂ, ਅਸੀਂ ਤੁਹਾਨੂੰ ਸੱਚ ਦੱਸਣਾ। ਸੋ ਕਿਰਤਮ ਨਾਮ ਕਥਾ ਤੇਰੀ ਜੇਬਾ। ਹੁਣ ਜਿਹੜੀ ਕਿਰਤ ਹੈ, ਮਾਇਆ ਦੀ ਜਦੋਂ ਇਹਨੇ ਸੋਚ ਪੈਦਾ ਕਰ ਲਈ ਤੇ ਮਾਇਆ ਦੀ ਸੋਚ ਕਰਕੇ ਫਿਰ ਇਹਨੂੰ ਇੱਥੇ ਆਉਣਾ ਪਿਆ। ਹੁਣ ਸਾਡੇ ਤੇ ਇੱਕ ਸਲੋਗਨ ਵੀ ਬੜਾ ਮਸ਼ਹੂਰ ਕਰ ਦਿੱਤਾ, 9 ਗੁਰੂ ਨਾਨਕ ਸਾਹਿਬ ਦਾ ਵਕਤ, ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ। ਜਦ ਕਿ ਗੁਰਬਾਣੀ 'ਚ ਨਹੀਂ ਇਹ ਗੱਲ, ਗੁਰੂ ਨਾਨਕ ਸਾਹਿਬ ਦੇ ਮੁੱਖੋਂ ਨਹੀਂ ਕਹੀ ਗਈ। 972 ਸ਼ਬਦਾਂ 'ਚ ਗੁਰੂ ਨਾਨਕ ਸਾਹਿਬ ਨੇ ਕਿਤੇ ਇਹ ਵਰਡ ਨਹੀਂ ਵਰਤਿਆ, ਪਰ ਪ੍ਰਚਲਿਤ ਹੈ, ਕੌਣ ਕਹੇ। ਜਦ ਕਿ ਸਵੈਮ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਜੀ ਇਹ ਗੱਲ ਕਹਿੰਦੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਹ ਕਹਿੰਦੇ ਕਿਰਤ ਨੇ ਤਾਂ ਸਾਨੂੰ ਵਿਛੋੜਿਆ, ਸੱਚਖੰਡ ਚੋਂ ਕੱਢੇ ਹੀ ਕਿਰਤ ਕਰਕੇ ਹੋਇਆ। ਦੋ ਕਿਰਤ ਸੋ ਕਿਰਤ ਥਾਰੋ ਕਰਮਰੀ, ਸ੍ਰੀ ਭਗਤ ਤਰਲੋਚਨ ਜੀ ਕਹਿੰਦੇ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ। ਅਸੀਂ ਕਿਰਤ ਤਾਂ ਛੱਡਣੀ ਸੀ। ਕਿਰਤ ਹੁੰਦੀ ਆ ਮਨ ਦੇ ਲੈਵਲ ਤੇ, ਆਤਮਾਕ ਦੇ ਲੈਵਲ ਤੇ। ਅਸੀਂ ਕਿਰਤ ਛੱਡ ਕੇ ਭਾਣੇ ਵਿੱਚ ਚੱਲਣਾ ਹੈ, ਅਸੀਂ ਹੁਕਮ ਵਿੱਚ ਰਹਿਣਾ ਹੈ, ਉਹਦੀ ਰਜ਼ਾ 'ਚ ਰਹਿਣਾ, ਖੁਸ਼ ਰਹਿਣਾ ਹੈ। ਉਹ ਫਿਰ ਜੋ ਕੁਛ ਵੀ ਕਰਵਾਵੇਗਾ ਸਾਤੋਂ ਉਹ ਉਹਦੀ ਮਰਜ਼ੀ ਹੈ, ਉਹਦੇ ਵਿੱਚ ਸੁੱਖ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਂ। ਜੋ ਗੁਰਬਾਣੀ 'ਚ ਇੰਡੀਕੇਟ ਗੱਲਾਂ ਕੀਤੀਆਂ ਗਈਆਂ ਨੇ, ਹੇ ਮੇਰੇ ਮਨਾ ਤੇਰੇ ਵਾਸਤੇ ਤੇਰੀ ਸ਼ਰਧਾ ਤੇਰੀ ਭਾਵਨਾ ਉਹ ਹੈ ਕਿ ਜੋ ਗੁਰਬਾਣੀ ਕਹਿ ਰਹੀ ਆ ਉਹ ਤਿੰਨੇ ਕਾਲ ਸੱਤ ਕਰਕੇ ਮੰਨ, ਫੇਰ ਕਿਤੇ ਖਹਿੜਾ ਛੁੱਟੂਗਾ। ਜੇ ਤੂੰ ਆਪਣੀ ਭਾਵਨਾ ਆਪਣੀ ਸ਼ਰਧਾ ਆਪਣੀ ਮੱਤ ਵਰਤ ਕੇ ਚੱਲੇਗਾ ਫਿਰ ਖਹਿੜਾ ਨਹੀਂ ਛੁੱਟਣਾ, ਸਗੋਂ ਸਜ਼ਾ ਦੁੱਗਣੀ ਮਿਲਣੀ ਹੈ। ਕਿਉਂਕਿ ਪੜਿਆ ਹੋਵੇ ਗੁਨਾਹਗਾਰ ਓਮੀ ਸਾਧ ਨਾ ਮਾਰੀ ਹੈ। ਕਿਉਂਕਿ ਤੂੰ ਤਾਂ ਸਾਰਾ ਕੁਝ ਜਾਣਦਾ ਸੀ, ਉਹਨਾਂ ਨੇ ਤਾਂ ਅੱਗੇ ਪੁੱਛ ਲੈਣਾ ਤੈਨੂੰ ਵੀ ਅਸੀਂ ਤਾਂ ਗੁਰਬਾਣੀ 'ਚ ਗੱਲ ਲਿਖ ਕੇ ਨਹੀਂ ਆਏ, ਤੂੰ ਕਿੱਥੋਂ ਲੈ ਕੇ ਆਇਆ ਸ਼ਬਦ। ਇਹਦਾ ਮਤਲਬ ਤੂੰ ਆਪਣੀ ਮੱਤ ਵਰਤੀ। ਗੁਰ ਕੀ ਮੱਤ ਤੋਂ ਲੇਹ ਇਆਨੇ ਭਗਤੀ ਬਿਨਾ ਬਹੁਤ ਡੂਬੇ ਸਿਆਣੇ, ਕਹਿੰਦੇ ਆ ਮੈਂ ਗੱਲ ਲਿਖ ਕੇ ਨਹੀਂ ਆਇਆ, ਪਾਤਸ਼ਾਹ ਨੇ ਕਹਿਣਾ। ਫਿਰ ਕੀ ਜਵਾਬ ਦੇਵੇਗਾ? ਕਿਉਂਕਿ ਅੱਖਰਾਂ ਨੂੰ ਤੂੰ ਪੜ੍ਹਿਆ ਹੋਇਆ, ਉਹਨਾਂ ਨੇ ਪੁੱਛ ਲੈਣਾ। ਤਾਂ ਹੀ ਪਾਤਸ਼ਾਹ ਨੇ ਗੁਰਬਾਣੀ 'ਚ ਬਚਨ ਦਿੱਤੇ, ਮਤ ਸ਼ਰਮਿੰਦਾ ਥੀਮ ਦੀ ਸਾਈਂ ਦੇ ਦਰਬਾਰ, ਦੇਖੀ ਕਿਤੇ ਕੁਛ ਐਸਾ ਸ਼ਬਦ ਨਾ ਬੋਲ ਜੀ ਕਿ ਤੈਨੂੰ ਉੱਥੇ ਸ਼ਰਮਿੰਦਾ ਪੈਣਾ। ਨਾ ਤੂੰ ਉਹਨਾਂ ਦਾ ਵਰਤ ਲਵੇਂ, ਜਾਂ ਤਾਂ ਤੂੰ ਆਪਣੇ ਵਿਹਾਵ ਤੇ ਗੱਲ ਕਰ।
कि मैं कहना है। पर जे तू गुरबाणी की गल समझ के कहेगा फिर ਉਹੀ गल बोली जो गुरबाणी कहती है, अपने ਵੱਲੋਂ ना कुछ भी बोलती। गुरबाणी का शब्द किते भी बाहर नहीं तू माया च वरत सकता। हुण नहीं पता लगता कुछ भी। श्री पातशाह कबीर साहब ने तां ही पंडित नूं कहा सी, कहंदे तैनूं अज नहीं कुछ भी पता लगना इत्थे, क्योंकि दो तैनूं दिस रहा तू तैनूं सच मन के चलदा है, जो तेरे कोल ज्ञान है तू उहनूं सच मनी बैठा है। पर तब जानोगे जब उगरोगे बाज, कहते फिर पता लगू जदों है तन चों देही चों जोत बाहर निकल गई। क्योंकि जदों ने निकलना बारे ने जाग जाना, जागे तो इनू सारा कुछ सामने आ जाना भी ओहो मैं तो करन कुछ हो रहा सी, तो मैं की कर लिया। फिर शर्मिंदगी है, फिर पछताउंदी है जोत उत्थे भी। हुण मैं की करूं, कहते हुण की होना, कुछ नहीं होना। हुण तू 84 वाले पासे नूं चल, फिर हुण जिहड़ी मर्जी जूनी सिलैक्ट कर लै, उत्थों भी शुरू हो जा। फिर चली चल, फिर कई जन्म पै कीट पतंगा, कई जन्म गजमीन करंगा, कई जन्म हैबर वृख जोयो, कई जन्म पंकी सन। फिर चलता रह, फिर मनुखा तन मिलूगा। 84 लख जून सवाई, मानुक को प्रभ दी वडियाई। इस पौड़ी ते जो नर चूकै, आए जाए दुख पाएंदा। हे मेरे मना, देख सच्चे पातशाह की कहते, ये लास्ट वारी है। वक्त विचारे सो बंदा कही है, जे तू वक्त विचार गया, गुरबाणी के अनुसार ही हो गया, हर एक गल गुरबाणी तो पुछ के करन लग गया, फिर तेनों पता लगना। गग्गा गुर के वचन पछाना, दूजी बात ना तरी काना। जो गुर ने तेनों वचन किया, गुरबाणी तेरे सामने रखी है, ये अनुसार चली। किरत नाम कथे तेरे जेबा। जेबा होंदी है बुद्धि, जेबा जीव नहीं होंदी। पर साडे तो जीव नूं ही कही जाते। जीव दे द्वारा तो बोलिया जाता है, कथा जीव थोड़ो करती है। कथा तो जीव करता है, चेतन करता हुंदा है कथा। चेतन दे कोल देही है माया दी, कर्म इंद्रे ने, ज्ञान इंद्रे ने। जीव दे द्वारा बोलिया जाता है, जीव दे द्वारा रस कोई होर लैंदा है, जीव रस नहीं लेंदी। जीव दे द्वारा कोई करदा है। जदों साडा मृतक शरीर पिया हुंदा, जीव तो उदों भी हुंदी है, फिर उदों इहनूं मिठा ला के दिखाओ, खट्टा लाओ, दस्से फिर रस। हे मेरे मन, तैनूं तो इन्ना भी नहीं पता। गल्ली किने ना पाया, गल्लां नाल नहीं कुछ भी मिलना, जिन्ना चिर स्वयं सोझी प्राप्त नहीं करता। किरतम नाम कथे तेरे जिह्बा, सत नाम तेरा परा। पातशाह कहते सत नाम है तेरा परा पुरबला। सचखंड दे विच तू सत स्वरूप सी, उत्थे तैनूं अपने आप की पूरी सोची सी। बस तेरी जिहड़ी नाम है, तेरी जिहड़ी इच्छा है, वो बदल गई। बस तू सत स्वरूप हुंदा होया भी इच्छा झूठ दी कर बैठिया। नरपत एक संघासन सोया, सुपने पिया पुखारी। है तू राजा, सुपना देख लिया, सुपने च हुण तू पुखारी बन गया। सुपना छड़ दे, इच्छा छड़ दे, सोच छड़ दे। गुरबाणी की शुरुआत ही इत्थों होंदी है, सोचै सोच ना। यही गल गुरु नानक साहब ने सानूं कहते, हुण आह गलती दोबारा ना कर ली, उत्थे तो हो गई। हुण उस गलती नूं सुधार के जाना, ना कि दोबारा उही गलती नाल ही उवें लैके चले जानी। सोचै सोच ना हो, बई जो कुछ हो रहा हुण उहदे वल ध्यान रख। सोच तो हो गई, गलती तो हो गई, हुण गलती नूं सुधारन वास्ते गल समझ भी हुण सुधार किवें होनी। जे सोचै लख बार, जे तू दोबारा फिर उही गलती कर ली, फिर कहंदे देख ला फिर बारी किहड़ा मुक्कनी है, फिर तो 84 हाई चल। कहंदे परमेश्वर कोलों किहड़ा दीहां मुक्कदियां ने, कहंदा भी जिन्नियां मर्जी लै ला। पर तकलीफ ज्योति नूं हुंदी है, शरीर नूं तकलीफ नहीं हुंदी। तां गुरमुख गुर सिख इत्थे आके डरदे है भी असीं मुड़ के नहीं आउणा। अब की बार बख्श बंदे को बहर ना बब जल फेरा। पर मैं एक बार हैरान होया
ਕਿ ਜਿਹੜੀ ਗੁਰਬਾਣੀ ਹੈ ਇਹਦੇ ਵਿੱਚ ਪਾਤਸ਼ਾਹੀਆਂ ਨੇ ਭਗਤ ਸਾਹਿਬਾਨ ਨੇ ਤਾਂ ਇਹ ਗੱਲ ਆਖੀ ਹੈ ਵੀ ਅਸੀਂ ਇੱਥੇ ਮੁੜ ਕੇ ਨਹੀਂ ਆਉਣਾ, ਦੁਬਾਰਾ ਨਹੀਂ ਆਉਣਾ ਹੈਗਾ। ਪਰ ਜੋ ਮੈਂ ਇਤਿਹਾਸ ਦੀਆਂ ਸਾਖੀਆਂ ਸੁਣੀਆਂ ਨੇ, ਜੋ ਇੱਥੇ ਵੱਡੇ ਵੱਡੇ ਧਰਮ ਦੇ ਆਗੂ ਹੋਏ ਨੇ, ਉਹਨਾਂ ਦੀਆਂ ਲਿਖਤਾਂ 'ਚ ਇਹ ਗੱਲ ਜ਼ਰੂਰ ਮਿਲਦੀ ਹੈ ਵੀ ਅਸੀਂ ਮੁੜ ਕੇ ਆਵਾਂਗੇ। ਔਰ ਉਹਨਾਂ ਨੂੰ ਪਤਾ ਹੈ ਵੀ ਵਾਕਈ ਮੁੜ ਕੇ ਆਉਣਾ ਪੈਣਾ, ਕਿਉਂਕਿ ਜੀਵਨ ਜਿੱਤਿਆ ਨਹੀਂ ਗਿਆ, ਮੁੜ ਕੇ ਉਹੀ ਆਉਂਦਾ ਹੈ। ਜਿਹਨੇ ਜੀਵਨ ਜਿੱਤ ਲਿਆ ਉਹ ਨਹੀਂ ਮੁੜ ਕੇ ਆਉਂਦਾ। ਜਿਹੜੀ ਜੋਤ ਪਾਣੀ ਦੀ ਬੂੰਦ ਸਮੁੰਦਰ 'ਚ ਰਲ ਗਈ, ਉਹ ਵਾਪਸ ਕਿਵੇਂ ਆਊਗੀ? ਪਰ ਜਿਹੜਾ ਪਾਣੀ ਸਮੁੰਦਰ ਦੇ ਕੰਢੇ ਤੋਂ ਚੱਕ ਕੇ ਕੋਈ ਵਾਪਸ ਲੈ ਆਵੇ, ਅੰਦਰ ਵਿੱਚ ਰਲੇ ਹੀ ਨਾ, ਉਹ ਵਾਪਸ ਆ ਜਾਂਦਾ ਹੈ। ਜਿਹੜੀ ਜੋਤ ਸੱਚਖੰਡ 'ਚ ਪ੍ਰਵੇਸ਼ ਕਰ ਗਈ, ਪਰਮੇਸ਼ਰ ਦੇ ਦਰਬਾਰ 'ਚ ਜਾ ਕੇ ਬੈਠ ਗਈ, ਉਹ ਦੁਬਾਰਾ ਵਾਪਸ ਨਹੀਂ ਆਉਂਦੀ ਹੈਗੀ। ਸੋ ਇਹ ਬਹੁਤ ਬਰੀਕੀ ਦਾ ਵਿਸ਼ਾ ਮਨਾ, ਇੱਕ ਇੱਕ ਵਚਨ ਸਾਹਿਬ ਦਾ ਇੰਨਾ ਬਰੀਕੀ ਨਾਲ ਵਿਚਾਰਨਾ ਪੈਂਦਾ, ਫੇਰ ਕਿਤੇ ਜਾ ਕੇ ਸੋਝੀ ਆਉਂਦੀ ਹੈ ਵੀ ਗੁਰਬਾਣੀ ਤਾਂ ਕੁਛ ਹੋਰ ਕਹਿੰਦੀ ਹੈ। ਸੋ ਸਤਿਨਾਮ ਤੇਰਾ ਪਰਾ ਪੂਰਬਲਾ। ਪਰਾ ਪੂਰਬਲਾ ਸ੍ਰਿਸ਼ਟੀ ਤੋਂ ਪਹਿਲਾਂ, ਜਦੋਂ ਇਹ ਰਚਨਾ ਹੀ ਨਹੀਂ ਸੀ, ਉਦੋਂ ਇਹ ਜੋਤ ਸਰੂਪ ਹੀ ਸੀ। ਸੋ ਅੰਗ 670 ਉੱਪਰ ਵੀ ਪਾਤਸ਼ਾਹ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ। ਜਪ ਦੇ ਪੱਪੇ ਨੂੰ ਸਿਹਾਰੀ ਹੈ ਕਿ ਜਿਹੜੀ ਜੋਤ ਨੇ ਆਪਣੇ ਮੂਲ ਨੂੰ ਜਾਣ ਲਿਆ ਹੈ। ਜਪ ਦਾ ਭਾਵ ਹੁੰਦਾ ਜਾਣ ਲੈਣਾ, ਮੰਨ ਲੈਣਾ, ਸਮਝ ਲੈਣਾ, ਵਿਚਾਰ ਲੈਣਾ, ਬੁੱਝ ਲੈਣਾ। ਜਿਹੜੀ ਜੀਵ ਨੇ ਆਪਣੇ ਆਪ ਨੂੰ ਜਾਣ ਲਿਆ ਕਿ ਮੈਂ ਤਾਂ ਸਤ ਸਰੂਪ ਹਾਂ, ਸਤਨਾਮ, ਜਿਹਨੂੰ ਆਪਣੇ ਆਪ ਦੀ ਸੋਝੀ ਆ ਗਈ, ਉਹ ਸਦਾ ਸਤਨਾਮ। ਉਹ ਫੇਰ ਕਹਿੰਦਾ ਮੈਂ ਤਾਂ ਸਦਾ ਹੀ ਸਤਨਾਮ ਹੈ। ਜਦੋਂ ਰਾਜੇ ਨੂੰ ਸੁਪਨਾ ਟੁੱਟ ਗਿਆ, ਉਹ ਕਹਿੰਦਾ, ਉਹਨੇ ਸੁਪਨਾ ਛੱਡਿਆ, ਉਹ ਕਹਿੰਦਾ ਮੈਂ ਤਾਂ ਰਾਜਾ ਸੀ। ਪਰ ਸੁਪਨੇ ਵਾਲੀ ਗੱਲ ਜਦੋਂ ਚੇਤੇ ਕਰਦਾ, ਕਹਿੰਦਾ ਹੁਣ ਨਹੀਂ ਸੁਪਨਾ ਲੈਣਾ। ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਜਦੋਂ ਉਹਨਾਂ ਨੂੰ ਇਸ ਭਵ ਸਾਗਰ ਦੇ ਅੰਦਰ ਆ ਕੇ ਸੋਝੀ ਆ ਜਾਂਦੀ ਹੈ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਆ, ਫਿਰ ਉਹ ਮੁੜ ਕੇ ਇਸ ਭਵ ਸਾਗਰ ਵਿੱਚ ਦੁਬਾਰਾ ਨਹੀਂ ਆਉਂਦੇ। ਉਹ ਸਦਾ ਹੀ ਸਤ ਸਰੂਪ ਬਣ ਕੇ ਆਪਣੇ ਨਿੱਜ ਘਰ ਵਿੱਚ ਸਦਾ ਲਈ ਥਿਰ ਹੋ ਕੇ ਉਸ ਸੱਚਖੰਡ ਦਾ ਹਿੱਸਾ ਬਣ ਜਾਂਦੇ ਹਨ। ਸੋ ਇੱਥੋਂ ਤੱਕ ਕਿ ਅੱਜ ਦੀ ਜੋ ਵਿਚਾਰ ਸੀ ਗੁਰੂ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ